ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬਹੁਤ ਹੀ ਇੰਪੋਰਟੈਂਟ ਕਰੰਟ ਅਫੇਅਰਸ। ਸੋ ਕੁਐਸਚਨ ਨੰਬਰ 1, India will host diplomats and officials from all 15 countries of the United Nations Security Council for a special meeting on terrorism in October 2022। ਤਾਂ ਇਹਦੇ ਵਿੱਚ ਆਪਾਂ ਇਹ ਦੱਸਣਾ ਹੈ ਕਿ ਭਾਰਤ ਨੇ ਕਿਹੜੀਆਂ ਦੋ ਸਿਟੀज़ ਦੇ ਵਿੱਚ 15 ਕੰਟਰੀਜ਼ ਦੀ 15 ਦੇਸ਼ਾਂ ਦੇ ਜਿਹੜੇ ਡਿਪਲੋਮੈਟ ਤੇ ਆਫੀਸ਼ੀਅਲਸ ਆਉਣਗੇ ਉਹਨਾਂ ਦੀ ਮੀਟਿੰਗ ਹੋਸਟ ਕਰਨੀ ਹੈਗੀ, ਜਿਸ ਦਾ ਕਿ ਮੇਨ ਏਜੰਡਾ ਹੋਏਗਾ ਟੈਰੋਰਿਜ਼ਮ, ਜਿਹੜੀ ਕਿ ਅਕਤੂਬਰ 2022 ਦੇ ਵਿੱਚ ਹੋਣੀ ਹੈ। ਤਾਂ ਫਸਟ ਆਪਸ਼ਨ ਹੈ ਦਿੱਲੀ ਤੇ ਕੋਲਕਾਤਾ, ਸੈਕੰਡ ਚੇਨਈ ਐਂਡ ਰਾਂਚੀ, ਥਰਡ ਬੈਂਗਲੁਰੂ ਐਂਡ ਦਿੱਲੀ, फोर्थ दिल्ली एंड मुंबई। सो होपफुली तुसी गैस कर लिया होएगा आंसर। तो इहदा सही आंसर है दिल्ली एंड मुंबई। सो द करैक्ट आंसर इज़ दिल्ली एंड मुंबई। तो ये जिहड़े मेन की पॉइंट्स नेगे कि डिप्लोमैट एंड ऑफिशियल्स कित्थों कित्थों आउणगे, ये 15 कंट्रीज़ दे होणगे। यूनाइटेड नेशन सिक्योरिटी काउंसिल दे विच 15 ही मैंबर हुंदे ने, जिहदे विच 5 मैंबर ने जिहड़े परमानेंट ने ते 10 ने जिहड़े नॉन परमानेंट मैंबर हुंदे ने, जिहड़े कि चेंज हुंदे रहिंदे ने। ते अक्तूबर 2022 विच ये मीटिंग होएगी, जिहड़ी कि दिल्ली ते मुंबई दे विच होस्ट कीती जाएगी। द मीटिंग विल बी फोकस, ਤਾਂ ਕਿਹੜੀ ਚੀਜ਼ 'ਤੇ ਫੋਕਸ ਹੋਏਗਾ ਮੇਨਲੀ ਜਿਹੜੇ ਚੈਲੰਜਸ ਆ ਰਹੇ ਨੇ ਟੈਰੋਰਿਜ਼ਮ ਦੇ ਨਾਲ ਰਿਲੇਟਡ, ਜਿਵੇਂ ਫਾਈਨਾਂਸਿੰਗ, ਸਾਈਬਰ ਥ੍ਰੈਟਸ ਐਂਡ ਯੂਜ਼ ਆਫ ਡਰੋਨਸ, ਜਿਹੜੇ ਕਿ ਟੈਰਰਿਜ਼ਮ ਦੁਆਰਾ ਯੂਜ਼ ਕੀਤੇ ਜਾਂਦੇ ਨੇ। ਅਤੇ ਇੰਡੀਆ ਇਹਦੇ ਵਿੱਚ ਚੇਅਰ ਕਰੇਗਾ। ਇੰਡੀਆ ਦੀ ਕਿਹੜੀ ਏਜੰਸੀ ਚੇਅਰ ਕਰੇਗੀ ਇਸ ਨੂੰ? ਕਾਊਂਟਰ ਟੈਰਰਿਜ਼ਮ ਕਮੇਟੀ CTC ਆਫ ਦਾ UN। ਓਕੇ, ਯੂਨਾਈਟਡ ਨੇਸ਼ਨ 2022 CTC ਦੁਆਰਾ ਇਸ ਜਿਹੜੀ ਹੋਸਟ ਕੀਤਾ ਜਾਏਗਾ ਇਸ ਨੂੰ। ਅਤੇ ਇਹਦੇ ਨਾਲ ਹੀ ਰਿਲੇਟਡ ਆਪਾਂ ਹੋਰ ਇਨਫੋਰਮੇਸ਼ਨ ਡਿਸਕਸ ਕਰ ਦਿਆਂਗੇ। ਹਾਂਜੀ, ਤਾਂ ਪਹਿਲਾਂ ਜਿਹੜੇ ਪਰਮਾਨੈਂਟ ਮੈਂਬਰਸ ਨੇ 5 ਪਰਮਾਨੈਂਟ ਮੈਂਬਰਸ, ਚਾਈਨਾ, ਫਰਾਂਸ, ਰਸ਼ੀਆ, ਯੂਨਾਈਟਡ ਕਿੰਗਡਮਸ ਐਂਡ ਦੀ USA, ਯੂਨਾਈਟਡ ਸਟੇਟਸ ਆਫ ਅਮੈਰੀਕਾ। ਅਤੇ ਨੋਨ ਪਰਮਾਨੈਂਟ ਮੈਂਬਰਸ ਦੇ ਵਿੱਚ ਆਉਂਦੇ ਨੇ ਅਲਬੀਨੀਆ, ਬ੍ਰਾਜ਼ੀਲ, ਗੈਬਨ, ਘਾਨਾ, ਇੰਡੀਆ, ਆਇਰਲੈਂਡ, ਕੀਨੀਆ, ਮੈਕਸੀਕੋ, ਨਾਰਵੇ ਐਂਡ UAE। ਇਹ 10 ਨੋਨ ਪਰਮਾਨੈਂਟ ਮੈਂਬਰ ਨੇ ਅਤੇ 5 ਪਰਮਾਨੈਂਟ ਮੈਂਬਰਸ। ਇਹ 15 ਮੈਂਬਰਸ ਨੇ ਜਿਹੜੇ ਚੀਫ ਮੈਂਬਰਸ ਨੇ ਜਿਹੜੇ ਇਹ ਇਸ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ। ਅਤੇ ਨਾਲ ਹੀ CTC ਕਾਊਂਟਰ ਟੈਰਰਿਜ਼ਮ ਕਮੇਟੀ ਇਹ ਕਦੋਂ ਹੋਂਦ ਵਿੱਚ ਆਈ ਸੀ? ਇਟ ਵਾਜ਼ ਐਸਟੈਬਲਿਸ਼ਡ ਇਨ 2001। 2001 ਦੇ ਵਿੱਚ ਇਹ ਹੋਂਦ ਵਿੱਚ ਆਈ ਸੀ, ਜਦੋਂ 9/11 ਦਾ ਜਿਹੜਾ ਟੈਰਰਿਸਟ ਅਟੈਕ ਹੋਇਆ ਸੀ ਅਮਰੀਕਾ ਦੇ ਵਿੱਚ। ਤਾਂ ਹੋਪਫੁਲੀ ਫਸਟ ਕੁਐਸਚਨ ਦੇ ਬਾਰੇ ਤੁਹਾਨੂੰ ਇੰਪੋਰਟੈਂਟ ਇਨਫੋਰਮੇਸ਼ਨ ਮਿਲ ਗਈ ਹੋਏਗੀ। ਤਾਂ ਸੈਕਿੰਡ ਕੁਐਸਚਨ ਆਪਾਂ ਡਿਸਕਸ ਕਰਦੇ ਹਾਂ, ਵੈਨ ਇਜ਼ ਹੀਰੋਸ਼ੀਮਾ ਡੇ ਅਬਜ਼ਰਵਡ। ਤਾਂ ਹੀਰੋਸ਼ੀਮਾ ਡੇ ਕਿਸ ਦਿਨ ਮਨਾਇਆ ਜਾਂਦਾ ਹੈ? 4 ਅਗਸਤ, 5 ਅਗਸਤ, 6 ਅਗਸਤ ਜਾਂ 7 ਅਗਸਤ। ਤਾਂ ਇਸ ਦਾ ਕਰੈਕਟ ਆਨਸਰ ਹੈ 6 ਅਗਸਤ। ਤਾਂ 6 ਅਗਸਤ ਇਸ ਦਾ ਕਰੈਕਟ ਆਨਸਰ ਹੈ। ਅਤੇ ਐਵਰੀ ਈਅਰ 6 ਅਗਸਤ ਨੂੰ ਹੀਰੋਸ਼ੀਮਾ ਡੇ ਆ ਜਿਹੜਾ ਅਬਜ਼ਰਵ ਕੀਤਾ ਜਾਂਦਾ ਹੈ। ਅਤੇ ਇਹ ਡੇ ਕਿਸ ਡੇ ਨੂੰ ਯਾਨੀ ਕਿ ਬਿਲੋਂਗ ਕਰਦਾ? ਜਦੋਂ ਵਰਲਡ ਵਾਰ ਸੈਕਿੰਡ ਹੋਈ ਸੀ ਤਾਂ ਜਾਪਾਨ ਦੀਆਂ ਜਿਹੜੀਆਂ 2 ਸਿਟੀਜ਼ ਸੀਗੀਆਂ, ਹੀਰੋਸ਼ੀਮਾ ਅਤੇ ਨਾਗਾਸਾਕੀ, ਉਹਨਾਂ ਦੇ ਉੱਪਰ ਬੋਂਬਿੰਗ ਕੀਤੀ ਗਈ ਸੀ। ਅਤੇ ਜਿਹੜਾ ਫਸਟ ਬੰਬ, ਨਿਊਕਲੀਅਰ ਬੰਬ ਜਿਹੜਾ ਫਸਟ ਥਰੋ ਕੀਤਾ ਗਿਆ ਸੀ, ਦੈਟ ਵਾਜ਼ ਔਨ 6 ਅਗਸਤ 1945। ਅਤੇ ਉਸ ਤੋਂ 3 ਦਿਨ ਬਾਅਦ ਨਾਗਾਸਾਕੀ ਯਾਨੀ ਕਿ 9 ਅਗਸਤ ਨੂੰ ਨਾਗਾਸਾਕੀ ਉੱਪਰ ਜਿਹੜਾ ਬੰਬ ਸੀ ਸੁੱਟਿਆ ਗਿਆ ਸੀ। ਤਾਂ ਹੀਰੋਸ਼ੀਮਾ ਜਿਹੜਾ ਡੇ ਹੈਗਾ ਇਹ ਇਸ ਲਈ ਮਨਾਇਆ ਜਾਂਦਾ ਹੈਗਾ ਐਵਰੀ ਈਅਰ ਟੂ ਰਿਮਾਈਂਡ ਦਾ ਵਰਲਡ ਅਬਾਊਟ ਦਾ ਡਿਵਾਸਟੇਟਿੰਗ ਰਿਜ਼ਲਟ ਆਫ ਨਿਊਕਲੀਅਰ ਵੈਪਨਸ, ਕਿ ਜਿਹੜੇ ਨਿਊਕਲੀਅਰ ਵੈਪਨਸ ਨੇਗੇ ਉਹਨਾਂ ਦੇ ਦੁਸ਼ਪ੍ਰਭਾਵ ਕਿੰਨੇ ਨੇਗੇ, ਇਸ ਚੀਜ਼ ਨੂੰ ਲੋਕਾਂ ਨੂੰ ਦੱਸਣ ਦੇ ਲਈ ਇਸ ਡੇ ਨੂੰ ਅਬਜ਼ਰਵ ਕੀਤਾ ਜਾਂਦਾ ਹੈ, ਮਨਾਇਆ ਜਾਂਦਾ ਹੈਗਾ। ਅਤੇ ਇਹਦੇ ਨਾਲ ਹੀ ਜਿਹੜੀ ਇਨਫੋਰਮੇਸ਼ਨ ਹੈਗੀ ਕਿ ਅਮੈਰੀਕਨ ਏਅਰਕ੍ਰਾਫਟ ਸੀਗਾ B-29, ਜਿਸ ਦੇ ਨਾਲ ਇਹ ਬੰਬ ਸੀ ਜਿਹੜੇ ਸੁੱਟੇ ਗਏ ਸੀਗੇ। ਜਿਹੜਾ ਹੀਰੋਸ਼ੀਮਾ ਦੇ ਉੱਪਰ ਬੰਬ ਸੁੱਟਿਆ ਗਿਆ ਸੀ ਉਸ ਨੂੰ ਲਿਟਲ ਬੋਏ ਕਿਹਾ ਗਿਆ ਸੀ, ਜਿਹਦੇ ਨਾਲ 90,000 ਲੋਕ ਮਾਰੇ ਗਏ ਸੀ ਇੱਕਦਮ।
तो उस तो 3 दिन बाद 9 अगस्त ਨੂੰ B-29 एयरक्राफ्ट के थ्रू ही ਜਿਹੜਾ दूसरा ਬੰਬ ਸੁੱਟਿਆ ਗਿਆ ਸੀ, ਜਿਸ ਨੂੰ ਕਿ ਫੈਟਮੈਨ ਦਾ ਨਾਂ ਦਿੱਤਾ ਗਿਆ ਸੀ ਨਾਗਾਸਾਕੀ ਦੇ ਉੱਪਰ। ਜੋ 6 ਅਗਸਤ ਨੂੰ ਸੀ ਲਿਟਲ ਬॉय ਕਿਹਾ ਗਿਆ ਸੀ ਉਸ ਨੂੰ, ਜਿਹੜੇ ਇਹਨਾਂ ਦੇ ਕੋਡਿੰਗ ਨੇਮ ਸੀਗੇ। ਤੇ ਜਿਹੜਾ 9 ਅਗਸਤ ਨੂੰ ਨਾਗਾਸਾਕੀ ਉੱਪਰ ਥਰੋ ਕੀਤਾ ਗਿਆ ਸੀ, ਜਿਸ ਨੂੰ ਫੈਟਮੈਨ ਕਿਹਾ ਗਿਆ ਸੀ। ਤਾਂ ਦਿਸ ਡੇ ਇਜ਼ ਆਬਜ਼ਰਵਡ ਐਜ਼ ਆ ਰਿਮਾਈਂਡਰ ਆਫ ਦੀ ਬਰੂਚੁਅਲ ਕਿਲਿੰਗ, ਕਿ ਕਿੰਨੀ ਬੇਦਰਦੀ ਦੇ ਨਾਲ ਉਹਨਾਂ ਲੋਕਾਂ ਦੀ ਮੌਤ ਕੀਤੀ ਗਈ, ਨਿਹੱਥੇ ਲੋਕਾਂ ਦੀ, ਸਿਵਿਲੀਅਨਸ ਜਿਹੜੇ ਕਿ ਆਮ ਨਾਗਰਿਕ ਸੀਗੇ। ਦ ਡੇ ਪਲੇਜ਼ ਅ ਕੀ ਰੋਲ ਇਨ ਮੇਕਿੰਗ ਐਂਟੀ ਵਾਰ ਐਂਡ ਐਂਟੀ ਨਿਊਕਲੀਅਰ ਪੋਲਿਸੀਜ਼। ਤਾਂ ਇਹ ਜਿਹੜਾ ਦਿਨ ਹੈਗਾ 6 ਅਗਸਤ ਹੀਰੋਸ਼ੀਮਾ ਡੇ, ਇਹ ਇੱਕ ਐਂਟੀ ਵਾਰ ਕਿ ਯੁੱਧ ਦਾ ਸਾਰਿਆਂ ਨੂੰ ਯਾਨੀ ਕਿ दूर रहना चाहिए है, तो एंटी न्यूक्लीयर पॉलिसीज़, ताकि ਜਿਹੜੀਆਂ ਨਿਊਕਲੀਅਰ पॉलिसीज़ ने परमाणु ਬੰਬ ਦੇ ਜਿਹੜੇ ਸਮਝੌਤੇ ਨੇ ਉਹਨਾਂ ਤੋਂ ਵੀ ਦੂਰ ਰਹਿਣ ਦੇ ਲਈ ਇੰਟਰਨੈਸ਼ਨਲ ਪੀਸ ਓਕੇ, ਤੇ ਉਹਦੇ ਲਈ ਵੀ ਇਹ ਅੰਤਿਮ ਸਹਾਈ ਹੈਗਾ ਬਹੁਤ। ਹਾਂਜੀ, थर्ड क्वेश्चन है 6 अगस्त 2022 हु वॉन गोल्ड मेडल इन वुमेन्स 53 freestyle wrestling at the ongoing Commonwealth Games in Birmingham। ਬਰਮਿੰਗਮ ਦੇ ਵਿੱਚ ਜੋ ਕਾਮਨਵੈਲਥ ਗੇਮਸ ਹੋ ਰਹੀਆਂ ਨੇ 53 kg ਦੇ ਵਿੱਚ ਕਿਹੜੀ ਵੂਮਨ ਨੇ 골ਡ ਮੈਡਲ ਵੌਨ ਕੀਤਾ ਇੰਡੀਆ ਦੇ ਲਈ? ਮੀਰਾਬਾਈ ਚਾਨੂ, ਸੈਕੰਡ ਵਿਨੇਸ਼ ਫੋਗਟ, ਥਰਡ ਵਿਦਿਆ ਰਾਣੀ ਦੇਵੀ, फोर्थ सुशीला। तो इसका आंसर है जी विनेश फोगाट। सो आप उन्होंने जीवन बारे होर भी जानिए। तो इंडियाज़ विनेश फोगाट है जी 6 अगस्त 2022 ਨੂੰ उन्होंने गोल्ड जितया गया इंडिया के लिए 53 kg फ्री स्टाइल रैसलिंग ਦੇ ਵਿੱਚ ਜਿਹੜੀਆਂ ਕਾਮਨਵੈਲਥ ਗੇਮਸ ਹੁਣ ਚੱਲ ਰਹੀਆਂ ਨੇ ਬਰਮਿੰਗਮ ਦੇ ਵਿੱਚ। ਤੇ ਉਹਨਾਂ ਨੇ श्रीलंका ਦੀ ਜਿਹੜੀ ਰੈਸਲਰ ਸੀਗੀ ਉਸ ਨੂੰ ਹਰਾਇਆਗਾ ਜਿਸ ਦਾ ਨਾਮ ਸੀਗਾ ਚਮੋਂਡਿਆ ਕੇਸ਼ਾਨੀ ਮਾਰਵਲੇਗ। ਉਹਨੂੰ ਫਾਈਨਲ ਦੇ ਵਿੱਚ ਹਰਾ ਕੇ 골ਡ ਮੈਡਲ ਜਿੱਤੇਗਾ। ਤਾਂ ਇਹ ਉਹਨਾਂ ਦਾ ਥਰਡ ਲਗਾਤਾਰ ਫਗਟ ਦਾ ਥਰਡ ਲਗਾਤਾਰ 골ਡ ਮੈਡਲ ਸੀਗਾ ਕਾਮਨਵੈਲਥ ਗੇਮਸ ਦੇ ਵਿੱਚ। ਉਹਨਾਂ ਤੋਂ ਇਲਾਵਾ ਜੋ ਇੰਡੀਆ ਵੱਲੋਂ ਇੱਕ ਹੋਰ ਰੈਸਲਰ ਖੇਡ ਰਹੇ ਸੀ ਰਵੀ ਧਾਈਆ, ਉਹਨਾਂ ਨੂੰ ਵੀ 골ਡ ਮੈਡਲ ਮਿਲੇਗਾ 57 kg ਦੇ ਵਿੱਚ ਮੈਨ ਦੇ ਵਿੱਚ। ਤੇ ਇਹਦੇ ਨਾਲ ਹੋਰ ਮਹੱਤਵਪੂਰਨ ਜੋ ਇਨਫੋਰਮੇਸ਼ਨ ਹੈਗੀ ਉਹ ਹੈ ਕਿ ਮੀਰਾਬਾਈ ਚਾਨੂ ਜੋ ਕਿ ਇਸ ਕੁਐਸਚਨ ਦੇ ਵਿੱਚ ਅਦਰ ਆਪਸ਼ਨ ਸੀਗੀਆਂ 3। ਮੀਰਾਬਾਈ ਚਾਨੂ ਸੀ ਜਿਹੜੀ ਉਹਨੂੰ 골ਡ ਮੈਡਲ ਮਿਲੇਗਾ ਵੇਟ ਲਿਫਟਿੰਗ ਦੇ ਵਿੱਚ 49 kg ਵੂਮਨ ਦੇ ਵਿੱਚ। ਤੇ ਵਿਦਿਆ ਰਾਣੀ ਦੇਵੀ ਸੀ ਜਿਹੜੀ ਉਹ ਸਿਲਵਰ ਮੈਡਲਿਸਟ ਹੈਗੀ ਵੂਮਨ 55 kg ਦੇ ਵਿੱਚ। ਸੁਸ਼ੀਲਾ ਦੇਵੀ ਉਹ ਸਿਲਵਰ ਮੈਡਲਿਸਟ ਹੈਗੀ ਜੂਡੋ ਦੇ ਵਿੱਚ 48 kg ਵੂਮਨ ਦੇ ਵਿੱਚ। ਸੋ ਇਹ ਸਾਰੇ ਆਪਣੇ ਮੈਡਲਿਸਟ ਨੇਗੇ ਸਿਲਵਰ 골ਡ ਮੈਡਲਿਸਟ ਇਨ ਕਾਮਨਵੈਲਥ ਗੇਮਸ ਇਨ ਬਰਮਿੰਗਮ। ਸੋ ਅਗਲਾ ਕੁਐਸਚਨ ਹੈ ਜੀ ਹੂ ਵਾਜ਼ ਇਲੈਕਟਡ ਦੀ 14th ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਔਨ 6 ਅਗਸਤ 2022। 6 ਅਗਸਤ ਨੂੰ ਵਾਈਸ ਪ੍ਰੈਜ਼ੀਡੈਂਟ ਕੌਣ ਇਲੈਕਟ ਹੋਏ ਨੇ? ਜਗਦੀਪ ਧਨਖੜ, ਨਲਿਨ ਨੇਗੀ, ਆਸ਼ੀਸ਼ ਕੁਮਾਰ ਚੌਹਾਨ, ਰਾਮਾ ਸੁਬਰਮਨਿਅਮ ਗਾਂਧੀ। ਹਾਂਜੀ, ਤਾਂ ਇਹ ਆਪਾਂ ਰੀਸੈਂਟਲੀ ਆਪਣੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ ਤਾਂ ਹੋਪਫੁਲੀ ਤੁਹਾਨੂੰ ਆਨਸਰ ਪਤਾ ਹੋਏਗਾ। ਤਾਂ ਇਸ ਦਾ ਆਨਸਰ ਹੈ ਜੀ ਜਗਦੀਪ ਧਨਖੜ। ਤਾਂ ਇਹਨਾਂ ਦੇ ਨਾਲ ਰਿਲੇਟਡ ਉਹ ਪਹਿਲਾਂ ਵੈਸਟ ਬੰਗਾਲ ਦੇ ਗਵਰਨਰ ਤੇ ਨਾਲ ਹੀ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੇ ਕੈਂਡੀਡੇਟ ਰਹੇ ਨੇ। ਉਹ ਕੈਂਡੀਡੇਟਸ ਜਗਦੀਪ ਧਨਖੜ ਵਾਜ਼ ਇਲੈਕਟਡ 14th ਵਾਈਸ ਪ੍ਰੈਜ਼ੀਡੈਂਟ। ਹਾਂਜੀ, ਜਗਦੀਪ ਧਨਖੜ 14th ਵਾਈਸ ਪ੍ਰੈਜ਼ੀਡੈਂਟ ਨੇ ਇੰਡੀਆ ਦੇ ਉਪ ਰਾਸ਼ਟਰਪਤੀ, ਜਿਨ੍ਹਾਂ ਦੀ ਇਲੈਕਸ਼ਨ ਹੋਈ ਹੈਗੀ 6 ਅਗਸਤ 2022 ਨੂੰ। ਤੇ ਉਹਨਾਂ ਨੇ ਕਿਹਨਾਂ ਨੂੰ ਡਿਫੀਟ ਕੀਤਾ ਹੈਗਾ ਜੋ ਕਿ ਓਪੋਜੀਸ਼ਨ ਦੇ ਕੈਂਡੀਡੇਟ ਸੀਗੇ ਮਿਸ ਮਾਰਗਰੇਟ ਐਲਵਾ, ਜਿਨ੍ਹਾਂ ਨੂੰ ਕਿ ਕਿੰਨੇ ਮਾਰਜਨ ਦੇ ਨਾਲ ਉਹ ਡਿਫੀਟ ਕੀਤੇ ਨੇ ਉਹਨਾਂ ਨੇ 346 ਵੋਟਸ ਦੇ ਨਾਲ। ਇੰਨੇ ਅੰਤਰ ਦੇ ਨਾਲ ਇੰਨੇ ਗੈਪ ਦੇ ਨਾਲ ਜਿਹੜੇ ਜਗਦੀਪ ਧਨਖੜ ਨੇ ਉਹ ਜਿੱਤੇ ਨੇ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ। ਹਾਂਜੀ, ਤਾਂ ਉਹਨਾਂ ਨੇ ਸਕਸੀਡ ਕਿਸ ਨੂੰ ਕੀਤਾ ਹੈਗਾ? ਐਮ ਵੈਂਕਈਆ ਨਾਇਡੂ ਨੂੰ। ਵੈਂਕਈਆ ਨਾਇਡੂ ਜੀ ਜੋ ਕਿ ਆਪਣੇ 13th ਵਾਈਸ ਪ੍ਰੈਜ਼ੀਡੈਂਟ ਸੀਗੇ, ਇਹ ਹੁਣ 14th ਬਣੇ ਨੇ ਜਗਦੀਪ ਧਨਖੜ।
ਮਿਸਟਰ ਧਨਖੜ ਵਿਲ ਟੇਕ ਓਥ, ਹਾਂਜੀ ਤਾਂ ਇਹ ਕਦੋਂ ਆਪਣਾ ਸਹੁੰ ਚੁੱਕਣਗੇ? ਇਹ 11 ਅਗਸਤ 2022 ਨੂੰ ਆਪਣੀ ਸਹੁੰ ਚੁੱਕਣਗੇ ਅਤੇ ਆਪਣਾ ਚਾਰਜ ਸੰਭਾਲਣਗੇ। ਹਾਂਜੀ, ਇਸ ਤੋਂ ਅਗਲਾ ਕੁਐਸਚਨ ਹੈ, ਇੰਡੀਆਜ਼ ਫਸਟ ਐਵਰ ਐਂਡ ਟੂ ਐਂਡ ਡਿਜੀਟਲ ਲੋਕ ਅਦਾਲਤ ਵਿਲ ਬੀ ਹੈਲਡ ਬਾਏ ਵਿਚ ਆਫ ਦਾ ਫੋਲੋਇੰਗ, ਹਾਂਜੀ ਇੰਡੀਆ ਦੀ ਪਹਿਲੀ ਡਿਜੀਟਲ ਲੋਕ ਅਦਾਲਤ ਕਿੱਥੇ ਲੱਗੇਗੀ? ਰਾਜਸਥਾਨ ਸਟੇਟ ਲੀਗਲ ਸਰਵਿਸ ਅਥਾਰਟੀ, ਮਹਾਰਾਸ਼ਟਰ ਸਟੇਟ ਲੀਗਲ ਸਰਵਿਸ ਅਥਾਰਟੀ, ਓਡੀਸ਼ਾ ਸਟੇਟ ਲੀਗਲ ਸਰਵਿਸ ਅਥਾਰਟੀ, ਬੋਥ 1 ਐਂਡ 2, ਹਾਂਜੀ ਤਾਂ ਇਸ ਦਾ ਆਨਸਰ ਹੈ ਬੋਥ 1 ਐਂਡ 2, ਰਾਜਸਥਾਨ ਸਟੇਟ ਲੀਗਲ ਸਰਵਿਸ ਅਥਾਰਟੀ ਐਂਡ ਮਹਾਰਾਸ਼ਟਰ ਸਟੇਟ ਲੀਗਲ ਸਰਵਿਸ ਅਥਾਰਟੀ। ਹਾਂਜੀ, ਇਸ ਦੇ ਬਾਰੇ ਕੁਝ ਬੇਸਿਕ ਇਨਫੋਰਮੇਸ਼ਨ, ਇਹ ਇੰਡੀਆ ਦੀ ਪਹਿਲੀ ਡਿਜੀਟਲ ਲੋਕ ਅਦਾਲਤ ਹੋਏਗੀ ਜਿਹੜੀ ਕਿ 13 ਅਗਸਤ 2022 ਨੂੰ ਲੱਗੇਗੀ। ਇਟ ਵਿਲ ਬੀ ਹੈਲਡ ਬਾਏ, ਕਿਹੜੀਆਂ ਸਰਕਾਰਾਂ ਨੇ ਜਿਹੜੀਆਂ ਜਾਂ ਸਟੇਟਸ ਨੇ ਜਿਹੜੀਆਂ ਇਸ ਨੂੰ ਹੈਲਡ ਕਰ ਰਹੀਆਂ ਨੇ? ਰਾਜਸਥਾਨ ਸਟੇਟ ਲੀਗਲ ਸਰਵਿਸ ਅਥਾਰਟੀ ਐਂਡ ਮਹਾਰਾਸ਼ਟਰ ਸਟੇਟ ਲੀਗਲ ਸਰਵਿਸ ਅਥਾਰਟੀ। This digital ਲੋਕ ਅਦਾਲਤ was launched during the 18th All India Legal Services Authority, ਹਾਂਜੀ ਇਹ ਜਿਹੜੀ ਡਿਜੀਟਲ ਲੋਕ ਅਦਾਲਤ ਹੈਗੀ ਇਹ ਕਦੋਂ ਲਾਂਚ ਹੋਈ ਹੈਗੀ? 18th ਮੀਟਿੰਗ ਸੀ ਜਿਹੜੀ ਆਲ ਇੰਡੀਆ ਲੀਗਲ ਸਰਵਿਸਿਜ਼ ਅਥਾਰਟੀ ਦੀ, ਜਿਹੜੀ ਜੈਪੁਰ ਦੇ ਵਿੱਚ ਹੋਈ ਸੀ ਜੁਲਾਈ 2022 ਦੇ ਵਿੱਚ, ਜੁਲਾਈ 2022 ਦੇ ਵਿੱਚ ਹੋਈ ਸੀ, ਉਦੋਂ ਇਹ ਲਾਂਚ ਕੀਤੀ ਗਈ ਹੈਗੀ ਡਿਜੀਟਲ ਲੋਕ ਅਦਾਲਤ। ਸੋ ਥੈਂਕ ਯੂ ਸੋ ਮਚ, ਹੋਪਫੁਲੀ ਯੂ ਅੰਡਰਸਟੂਡ ਆਲ ਥੀਸ questions and these questions will be helpful for your preparation। ਥੈਂਕ ਯੂ, ਧੰਨਵਾਦ ਜੀ ਸਾਰਿਆਂ ਦਾ, ਬਾਏ ਬਾਏ।